मेरे प्रभु तू है कुमार, सृष्टि का करता है तू। मैं मिट्टी हूँ हाथों में तेरे, ढाल अपने सांचे में तू। ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਆਪ ਦਾ ਧੰਨਵਾਦ, ਆਪ ਦੀ ਮਹਿਮਾ ਕਰਦੇ ਹਾਂ, ਕਿਉਂਕਿ ਤੁਸੀਂ ਰਾਜਿਆਂ ਦੇ ਰਾਜਾ, ਪ੍ਰਭੂਆਂ ਦੇ ਪ੍ਰਭੂ, ਸਰਬ ਸ਼ਕਤੀਮਾਨ ਪਰਮੇਸ਼ਰ ਹੋ। ਆਪਣੇ ਵਚਨ ਦਾ ਬਲ ਦੇ ਕੇ ਸਾਨੂੰ ਚਲਾਉਂਦੇ ਹੋ, ਆਪਣੇ ਵਚਨ ਦੀ ਸਿੱਖਿਆ ਦੇ ਕੇ ਸਾਨੂੰ ਆਪਣੇ ਰਾਹ ਦੇ ਉੱਤੇ ਖੜਾ ਕਰਦੇ ਹੋ। ਆਪਣੀਆਂ ਪਰਮੇਸ਼ਰ ਪਿਤਾ ਮਹਾਨ ਵਿਚਾਰ ਦੀਆਂ ਗੱਲਾਂ ਸਾਨੂੰ ਦੱਸ ਕੇ ਪਰਮੇਸ਼ਰ ਪਿਤਾ ਸਵਰਗ ਰਾਜ ਦੇ ਲਈ ਸਾਨੂੰ ਤਿਆਰ ਹੋ ਕੇ ਆਪ ਦੇ ਵਿੱਚ ਵਧਣ ਦੇ ਲਈ ਮਦਦ ਕਰਦੇ ਹੋ। ਅਸੀਂ ਇਸ ਸਭ ਦੇ ਲਈ ਤੇਰਾ ਧੰਨਵਾਦ ਕਰਦੇ ਹਾਂ। ਇਸ ਤੋਂ ਵੱਧ ਕੇ ਜਿਉਂਦੀ ਆਸ ਦੇ ਲਈ ਸਾਨੂੰ ਆਪ ਦੇ ਵਚਨ ਦਾ ਰੋਜ਼ ਭਰੋਸਾ ਦਿੰਦੇ ਹੋ, ਉਸ ਦੇ ਲਈ ਅਸੀਂ ਤੇਰਾ ਧੰਨਵਾਦ ਕਰਦੇ ਹਾਂ। ਅੱਜ ਦੇ ਵਚਨ ਦੇ ਮਨਨ ਦੇ ਲਈ ਅਸੀਂ ਆਪ ਵੱਲ ਤੱਕਦੇ ਹਾਂ। ਸੁਣਨ ਵਾਲੇ ਅਤੇ ਬੋਲਣ ਵਾਲੇ ਨੂੰ ਤਾਕਤ ਦੇ, ਤਾਂ ਕਿ ਤੇਰੇ ਵਚਨ ਦੇ ਭੇਤ ਨੂੰ ਸਮਝ ਕੇ ਤੇਰੇ ਵਿੱਚ ਵੱਧ ਸਕੀਏ। ਅਜਿਹਾ ਹੋਣ ਦੇ ਲਈ ਮਦਦ ਕਰ। ਸਾਰਾ ਆਦਰ ਮਾਨ ਆਪ ਨੂੰ ਦਿੰਦੇ ਹੋਏ ਬੇਨਤੀ ਮੁਕਤੀ ਦਾ ਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ 'ਚ ਮੰਗਦੇ ਹਾਂ, ਆਮੇਨ। ਪਿਆਰੇ ਅਜ਼ੀਜ਼, ਅੱਜ ਦੇ ਵਚਨ ਦਾ ਜੋ ਮੈਂ ਭਾਗ ਲਿਆ ਹੈ ਉਹ ਲਿਆ ਹੈ ਯਹੋਨਾ ਦੀ ਅੰਜੀਲ, ਉਸ ਦਾ 6 ਅਧਿਆਏ, ਉਸ ਦੀ 9 ਆਇਤ ਦੇ ਵਿੱਚੋਂ। ਇਹ ਖੰਡ ਬਹੁਤ ਹੀ ਦਿਲਚਸਪ ਅਤੇ ਮਹਿਮਾਯੋਗ ਖੰਡ ਹੈ। ਜਦੋਂ ਇਸ ਨੂੰ ਪੜ੍ਹਦੇ ਹਾਂ ਤਾਂ ਇਸ ਵਿੱਚ ਬਹੁਤ ਸਾਰੀਆਂ ਗੱਲਾਂ ਜੋ ਪ੍ਰਭੂ ਦੇ ਵਚਨ ਦੀਆਂ ਨੇ, ਉਹ ਸਾਡੇ ਸਨਮੁਖ ਉਹਦੀ ਵਡਿਆਈ ਦੇ ਲਈ ਪ੍ਰਗਟ ਹੁੰਦੀਆਂ ਨੇ। 6 ਅਧਿਆਏ ਬਹੁਤ ਹੀ ਦਿਲਚਸਪ ਅਧਿਆਏ ਹੈ, ਜਿਸ ਵਿੱਚ ਪਰਮੇਸ਼ਰ ਪੁੱਤਰ ਅਦਭੁਤ ਕੰਮ ਕਰਦੇ ਹੋਏ ਨਜ਼ਰ ਆਉਂਦਾ ਹੈ। ਔਰ ਇਸ ਅਦਭੁਤ ਕੰਮ ਦੇ ਵਿੱਚ ਭੇਤ ਕੀ ਹੈ, ਮੈਂ ਉਹ ਆਪ ਦੇ ਨਾਲ ਪ੍ਰਗਟ ਕਰਾਂਗਾ। ਇਸ ਖੰਡ ਨੂੰ ਜਦੋਂ ਅਸੀਂ 12 ਤੱਕ ਪੜ੍ਹਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ 1 ਤੋਂ ਲੈ ਕੇ 12 ਤੱਕ 5000 ਨੂੰ ਪ੍ਰਭੂ ਰੋਟੀ ਖਿਲਾਉਂਦਾ ਹੈ ਅਤੇ ਉਹਨਾਂ ਨੂੰ ਆਖਦਾ ਹੈ ਕਿ ਜਿਉਣ ਦੀ ਰੋਟੀ ਮੈਂ ਹਾਂ। ਪ੍ਰਭੂ ਦਾ ਇੱਥੇ ਬਹੁਤ ਵੱਡਾ ਉਦੇਸ਼ ਪ੍ਰਗਟ ਕੀਤਾ ਗਿਆ ਹੈ। ਪਰ ਜਦੋਂ ਇਸ ਪੂਰੇ ਖੰਡ ਨੂੰ ਮੈਂ ਪੜ੍ਹ ਰਿਹਾ ਸੀ 1 ਤੋਂ 12, ਤਾਂ ਮੇਰਾ ਧਿਆਨ ਉਸ ਦੀ 9 ਆਇਤ ਦੇ ਉੱਤੇ ਹੀ ਗਿਆ, ਜਿੱਥੇ ਲਿਖਿਆ ਹੈ, ਇੱਥੇ ਇੱਕ ਮੁੰਡਾ ਹੈ ਜਿਹਦੇ ਕੋਲ ਜਾਵ ਦੀਆਂ 5 ਰੋਟੀਆਂ ਅਤੇ 2 ਛੋਟੀਆਂ ਜਿਹੀਆਂ ਮੱਛੀਆਂ ਹਨ, ਪਰ ਇੰਨੀਆਂ ਲੋਕਾਂ ਦੇ ਲਈ ਇੱਕ ਹੀ ਹਨ, ਇੰਨੇ ਲੋਕਾਂ ਦੇ ਲਈ ਇੱਕ ਹੀ ਹਨ। ਜਦੋਂ ਮੈਂ ਇਸ ਖੰਡ ਨੂੰ ਪੜ੍ਹ ਰਿਹਾ ਸਾਂ ਤਾਂ ਇਸ ਵਿੱਚ ਮੈਂ ਪਰਮੇਸ਼ਵਰ ਦੀ ਮਹਾ ਸਾਮਰਥ ਦੇ ਉੱਤੇ ਵਿਚਾਰ ਕਰ ਰਿਹਾ ਸਾਂ। ਇਹ ਬਹੁਤ ਵੱਡੀ ਗੱਲ ਹੈ ਕਿ ਯਿਸੂ ਨੂੰ ਪਰਮੇਸ਼ਰ ਹੁੰਦੇ ਹੋਏ ਉਹਨਾਂ 5 ਰੋਟੀਆਂ ਅਤੇ 2 ਛੋਟੀਆਂ ਜਿਹੀਆਂ ਮੱਛੀਆਂ ਦੀ ਲੋੜ ਸੀ। ਸਵਾਲ ਹੈ ਕਿ ਇਵੇਂ ਨਹੀਂ ਹੋ ਸਕਦਾ ਸੀ ਕਿ ਉਹ ਸਿਰਫ ਬੋਲਦਾ ਤੇ 5000 ਦੀ ਭੁੱਖੀ ਭੀੜ ਨੂੰ ਭਰਪੂਰੀ ਵਿੱਚ ਖਾਣਾ ਉੱਥੇ ਦਿੰਦਾ ਜਾਂ ਉਹਨਾਂ ਨੂੰ ਖਿਲਾ ਦਿੰਦਾ। ਬੇਸ਼ੱਕ ਪ੍ਰਭੂ ਇਹ ਕਰ ਸਕਦਾ ਸੀ, ਪਰ ਉਹਨੇ ਨਹੀਂ ਕੀਤਾ। ਉਸ ਨੇ ਇਸ ਮੁੰਡੇ ਨੂੰ ਜੋ ਉਸ ਦੇ ਕੋਲ ਲਿਆਂਦਾ ਗਿਆ, ਉਸ ਨੂੰ ਇਸਤੇਮਾਲ ਕੀਤਾ। ਉਸ ਨੇ ਇਸ ਨੂੰ ਬਰਕਤ ਦਿੱਤੀ ਅਤੇ ਖਾਣਾ ਕਈ ਗੁਣਾ ਵੱਧ ਗਿਆ। ਪਿਆਰੇ ਅਜ਼ੀਜ਼, ਕਈ ਵਾਰ ਅਸੀਂ ਭੀੜ ਦੀ ਤਰ੍ਹਾਂ ਪਿੱਛੇ ਜਾਂਦੇ ਹਾਂ, ਪਰ ਕੀ ਸਾਡੇ ਕੋਲ ਅਜਿਹਾ ਭੋਜਨ ਜਾਂ ਅਜਿਹੀ ਵਸਤੂ ਹੈ
ਜਿਸ ਨੂੰ ਪਰਮੇਸ਼ਵਰ ਮੇਰੇ ਜੀਵਨ ਦੇ ਵਿੱਚੋਂ ਇਸਤੇਮਾਲ ਕਰਨਾ ਚਾਹੁੰਦਾ ਹੈ, ਉਹਨੂੰ ਅਸੀਂ ਵਰਦਾਨ ਜਾਂ ਗੁਣ ਵੀ ਕਹਿ ਸਕਦੇ ਹਾਂ। ਉਸ ਬੱਚੇ ਕੋਲ ਇਹ ਸੀ ਤੇ ਪਰਮੇਸ਼ਰ ਪੁੱਤਰ ਨੇ ਉਸ ਦਾ ਇਸਤੇਮਾਲ ਕੀਤਾ। ਇਹ ਬਹੁਤ ਵੱਡੀ ਗੱਲ ਹੈ। ਅਸੀਂ ਪ੍ਰਭੂ ਦੇ ਪਿੱਛੇ ਚੱਲ ਰਹੇ ਹਾਂ, ਪ੍ਰਭੂ ਸਾਨੂੰ ਕਿੱਥੇ ਇਸਤੇਮਾਲ ਕਰੇਗਾ ਸਾਨੂੰ ਨਹੀਂ ਪਤਾ, ਪਰ ਸਾਡੇ ਕੋਲ ਜੋ ਪਰਮੇਸ਼ਵਰ ਨੇ ਦਾਨ ਦਿੱਤਾ ਹੈ, ਸਾਨੂੰ ਵਰਦਾਨ ਦਿੱਤੇ ਹੈ, ਅਸੀਂ ਉਸ ਦੇ ਲਈ ਹਮੇਸ਼ਾ ਤਿਆਰ ਰਹਿਣਾ ਹੈ। ਉਸ ਬੱਚੇ ਕੋਲੇ ਸੀ ਤਾਂ ਉਸ ਦਾ ਇਸਤੇਮਾਲ ਕੀਤਾ ਗਿਆ ਔਰ ਬਹੁਤਾਇਤ ਨਾਲ ਕੀਤਾ ਗਿਆ ਔਰ ਬਹੁਤਿਆਂ ਦੇ ਵਿੱਚ ਉਸ ਨੂੰ ਇਸਤੇਮਾਲ ਕਰ ਦਿੱਤਾ ਗਿਆ। ਕਿੰਨੀ ਵੱਡੀ ਗੱਲ ਹੈ, ਇਹ ਕੋਈ ਛੋਟੀ ਗੱਲ ਨਹੀਂ ਹੈ। ਤੁਸੀਂ ਆਮ ਵਿਅਕਤੀ ਪਰਮੇਸ਼ਵਰ ਦੇ ਲਈ ਨਹੀਂ ਹੋ। ਬਾਣੀ ਦੇ ਵਿੱਚ ਲਿਖਿਆ ਹੈ ਤੁਸੀਂ ਬਹੁਮੁੱਲੇ ਹੋ। ਬਾਣੀ ਦੇ ਵਿੱਚ ਜਦੋਂ ਅਸੀਂ ਮਤੀ ਦੀ ਅੰਜੀਲ 6 ਅਧਿਆਏ ਪੜ੍ਹਦੇ ਹਾਂ ਤਾਂ ਉਸ ਦੇ ਵਿੱਚ ਕਹਿੰਦਾ ਹੈ ਤੁਸੀਂ ਆਕਾਸ਼ ਦੇ ਪੰਛੀਆਂ ਅਤੇ ਜੀਵਾਂ ਤੋਂ ਵੀ ਕਿਤੇ ਬਹੁਮੁੱਲੇ ਹੋ। ਪਰਮੇਸ਼ਵਰ ਦੇ ਲਈ ਬਹੁਮੁੱਲੇ ਕਿਉਂ ਹੋ? ਕਿਉਂਕਿ ਪਰਮੇਸ਼ਵਰ ਦਾ ਅੰਸ਼ ਤੁਹਾਡੇ ਵਿੱਚ ਹੈ। ਉਹ ਆਤਮਾ, ਉਹ ਬੁੱਧ ਦਾ ਆਤਮਾ ਪਰਮੇਸ਼ਵਰ ਨੇ ਮੇਰੇ ਜੀਵਨ 'ਚ ਦਿੱਤਾ ਹੈ ਕਿ ਮੈਂ ਉਸ ਦਾ ਸਹੀ ਇਸਤੇਮਾਲ ਪਰਮੇਸ਼ਵਰ ਦੀ ਮਹਿਮਾ ਦੇ ਲਈ ਕਰ ਰਿਹਾ ਹਾਂ ਜਾਂ ਹੋ ਰਿਹਾ ਹਾਂ। ਇੱਥੇ ਤਾਂ ਉਹ ਲੜਕਾ ਯੂਸ ਹੋਇਆ ਹੈ ਔਰ ਅੰਦਰਿਆਸ ਨੇ ਦੱਸਿਆ ਹੈ ਕਿ ਇੱਥੇ ਇੱਕ ਲੜਕਾ ਹੈ ਜਿਸ ਦੇ ਕੋਲ 5 ਰੋਟੀਆਂ ਅਤੇ 2 ਛੋਟੀਆਂ ਜਿਹੀਆਂ ਮੱਛੀਆਂ ਹਨ। ਕਿ ਸਾਡਾ ਜੋ ਅਸੀਂ ਯਿਸੂ ਮਸੀਹ ਦੇ ਪਿੱਛੇ ਚੱਲ ਰਹੇ ਹਾਂ, ਕਿ ਸਾਡੇ ਜੀਵਨ ਦੇ ਵਿੱਚ ਅਜਿਹਾ ਕੋਈ ਬੋਲਣ ਵਾਲਾ ਹੈ ਜਿਸ ਦੇ ਨਾਲ ਅਸੀਂ ਪ੍ਰਭੂ ਦੀ ਮਹਿਮਾ ਦੇ ਲਈ ਇਸਤੇਮਾਲ ਹੋ ਸਕੀਏ। ਬਾਈਬਲ ਦੇ ਵਿੱਚ ਮੈਂ ਆਪ ਨੂੰ ਬਹੁਤ ਸਾਰੇ ਖੰਡ ਦੱਸ ਦਵਾਂਗਾ ਜਿੱਥੇ ਪਰਮੇਸ਼ਵਰ ਨੇ ਹਰ ਇੱਕ ਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਉਹਨਾਂ ਔਜ਼ਾਰਾਂ ਨੂੰ, ਉਹਨਾਂ ਖੰਡਾਂ ਨੂੰ ਇਸਤੇਮਾਲ ਕੀਤਾ ਹੈ। ਅਸੀਂ ਸਾਰੀ ਬਾਈਬਲ ਦੇ ਵਿੱਚ ਹੋਰਨਾਂ ਮੌਕਿਆਂ ਉੱਤੇ ਇਹ ਸਿਧਾਂਤ ਵੇਖਦੇ ਹਾਂ। ਪ੍ਰਭੂ ਨੇ ਪਾਣੀ ਦੇ ਉੱਤੇ ਜਦੋਂ ਇਸਤੇਮਾਲ ਕੀਤਾ, ਉੱਥੇ ਵੀ ਉਸਨੇ ਆਪਣੇ ਚੇਲਿਆਂ ਨੂੰ ਕੀ ਕਿਹਾ? ਜਦੋਂ ਵਿਆਹ ਦੇ ਵਿੱਚ ਸੀ ਕਾਨਾ ਦੇ, ਉਸਨੇ ਕਿਹਾ ਉਹਨਾਂ ਖਾਲੀ ਮਟਾਂ ਨੂੰ ਪਾਣੀ ਨਾਲ ਭਰ ਦਿਓ। ਪਾਣੀ ਭਰਨ ਦਾ ਹੁਕਮ ਦਿੱਤਾ ਗਿਆ। ਯੋਹੰਨਾ ਦੀ ਅੰਜੀਲ 2 ਅਧਿਆਏ 6 ਤੋਂ 8 ਅਸੀਂ ਪੜ੍ਹ ਸਕਦੇ ਹਾਂ ਤੇ ਉੱਥੇ ਪਰਮੇਸ਼ਵਰ ਨੇ ਉਸ ਪਾਣੀ ਨੂੰ ਮੈਅ ਦੇ ਵਿੱਚ ਤਬਦੀਲ ਕੀਤਾ ਹੈ, ਸ਼ਰਬਤ ਦੇ ਵਿੱਚ ਤਬਦੀਲ ਕੀਤਾ ਹੈ। ਏਲੀਆ ਨੂੰ ਖੁਆਉਣ ਦੇ ਲਈ ਪਰਮੇਸ਼ਵਰ ਨੇ ਕਾਵਾਂ ਅਤੇ ਨਾਲੇ ਦਾ ਇਸਤੇਮਾਲ ਕੀਤਾ, ਜਿੱਥੇ ਉਸ ਨੇ ਆਪਣੇ ਉਸ ਦਾਸ ਦੇ ਲਈ ਭੋਜਨ ਦਾ ਇੰਤਜ਼ਾਮ ਕੀਤਾ। ਅਸੀਂ ਇਹ ਦੇਖਦੇ ਹਾਂ ਕਿ ਪਰਮੇਸ਼ਵਰ ਕਿਸ ਤਰ੍ਹਾਂ ਵੱਖ-ਵੱਖ ਜਗ੍ਹਾ ਦੇ ਉੱਤੇ ਵੱਖ-ਵੱਖ ਲੋਕਾਂ ਨੂੰ ਇਸਤੇਮਾਲ ਕਰਦਾ ਹੈ। ਏਲੀਆ ਨੂੰ 3.5 ਸਾਲ ਇੱਕ ਵਿਧਵਾ ਦੇ ਘਰ ਦੇ ਵਿੱਚ ਇੱਕ ਛੋਟੇ ਜਿਹੇ ਕੁੱਜੀ ਦੇ ਵਿੱਚ ਤੇਲ ਅਤੇ ਉਸ ਮੈਦੇ ਦੇ ਰੋਟੀ ਦੇ ਨਾਲ ਇਸਤੇਮਾਲ ਕੀਤਾ ਗਿਆ ਔਰ ਉਹਦੇ ਵਿੱਚ ਕਿੰਨਾ ਪਰਮੇਸ਼ਵਰ ਨੇ ਵਾਅਦਾ ਕੀਤਾ ਅਸੀਂ ਦੇਖਦੇ ਹਾਂ। ਔਰ ਅਸੀਂ ਦੇਖਦੇ ਹਾਂ ਅਲੀਸ਼ਾ ਦੇ ਸਮੇਂ ਦੇ ਵਿੱਚ 2 ਰਾਜਾ ਉਹਦੇ 4 ਅਧਿਆਏ ਦੇ ਵਿੱਚ ਇੱਕ ਵਿਧਵਾ ਦੇ ਬੱਚਿਆਂ ਨੂੰ ਜੋ ਉਹ ਆਪਣਾ ਗੁਲਾਮ ਬਣਾ ਲੈ ਕੇ ਜਾ ਰਿਹਾ ਸੀ, ਉਹਨਾਂ ਨੂੰ ਬਚਾਉਣ ਦੇ ਲਈ ਕਿਸ ਤਰ੍ਹਾਂ
ਉੱਥੇ ਤੇਲ ਦਾ ਇਸਤੇਮਾਲ ਕੀਤਾ ਗਿਆ। ਅਸੀਂ ਵੱਖ-ਵੱਖ ਜਗ੍ਹਾ ਦੇ ਉੱਤੇ ਦੇਖਦੇ ਹਾਂ ਪਰਮੇਸ਼ਵਰ ਨੇ ਹਰ ਇੱਕ ਵਸਤ ਨੂੰ ਆਪਣੀ ਹੀ ਮਹਿਮਾ ਦੇ ਲਈ ਉਹਨਾਂ ਨੂੰ ਇਸਤੇਮਾਲ ਕੀਤਾ। ਤਾਂ ਸੋਚੋ, ਜਿਸ ਨੇ ਮੈਨੂੰ ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਵਿੱਚ ਚੁਣਿਆ ਹੈ, ਤਾਂ ਮੈਨੂੰ ਕਿਸ ਤਰ੍ਹਾਂ ਇਸਤੇਮਾਲ ਕਰੇਗਾ ਆਪਣੀ ਮਹਿਮਾ ਦੇ ਲਈ, ਆਪਣੀ ਵਡਿਆਈ ਦੇ ਲਈ, ਕਿ ਸਾਡੇ ਜੀਵਨ ਦੇ ਰਾਹੀਂ ਦੂਸਰਿਆਂ ਨੂੰ ਬਰਕਤ ਮਿਲੇ, ਦੂਸਰਿਆਂ ਨੂੰ ਜੀਵਨ ਮਿਲੇ ਮੇਰੇ ਅਤੇ ਆਪ ਦੇ ਰਾਹੀਂ। ਕਿਉਂਕਿ ਅਸੀਂ ਪਰਮੇਸ਼ਵਰ ਦੇ ਲਈ ਇਸਤੇਮਾਲ ਹੋਣ ਵਾਲੇ ਬਰਤਨ, ਭਾਂਡੇ ਆ, ਜਿਸ ਦੇ ਲਈ ਅਸੀਂ ਦੂਸਰਾ ਕਰੰਥੀਆਂ ਉਸਦੇ 4 ਅਧਿਆਏ ਦੇ ਵਿੱਚ ਪੜ੍ਹਦੇ ਹਾਂ, ਪਰਮੇਸ਼ਵਰ ਦਾ ਦਾਸ ਪੌਲਸ ਕਹਿੰਦਾ ਹੈ ਇਹ ਖਜ਼ਾਨਾ ਮਿੱਟੀ ਦੇ ਭਾਂਡਿਆਂ ਵਿੱਚ ਰੱਖਿਆ ਹੋਇਆ ਹੈ। ਔਰ ਉੱਥੇ ਯਸ਼ਾਇਆ ਦੀ ਤਰ੍ਹਾਂ ਮੈਨੂੰ ਕਹਿਣ ਦੀ ਲੋੜ ਹੈ, ਪਰਮੇਸ਼ਵਰ ਮੈਨੂੰ ਭੇਜ, ਮੈਂ ਤਿਆਰ ਹਾਂ, ਆਈ ਐਮ ਰੈਡੀ। ਇੱਥੇ ਉਹ ਬਾਲਕ ਤੋਂ ਉਹ ਚੀਜ਼ਾਂ ਲੈ ਕੇ ਇਸਤੇਮਾਲ ਕੀਤਾ ਗਿਆ, 5000 ਨੂੰ ਰਜਾਇਆ ਗਿਆ। ਪਿਆਰੋ, ਪਰਮੇਸ਼ਵਰ ਨੇ ਮੈਨੂੰ ਅਤੇ ਆਪ ਨੂੰ ਪ੍ਰਭੂ ਯਿਸੂ ਮਸੀਹ ਦੇ ਉਸ ਖੁਸ਼ਖਬਰੀ ਦੇ ਕਲਾਮ ਨੂੰ ਦੁਨੀਆ ਭਰ ਦੇ ਵਿੱਚ ਫੈਲਾਉਣ ਦੇ ਲਈ ਅਤੇ ਪਰਮੇਸ਼ਵਰ ਦੇ ਉਸ ਉਦੇਸ਼ ਨੂੰ, ਉਹ ਉਦੇਸ਼ ਕੀ ਸੀ ਕਿ ਪਾਪੀ ਮਨੁੱਖ ਨੂੰ ਪਾਪ ਤੋਂ ਬਚਾਇਆ ਜਾਵੇ। ਔਰ ਉਸ ਦੇ ਲਈ ਉਸ ਨੇ ਮੈਨੂੰ ਅਤੇ ਆਪ ਨੂੰ ਇਸਤੇਮਾਲ ਕਰਨ ਦੇ ਲਈ, ਆਪਣੀ ਮਹਿਮਾ ਦੇ ਰਾਜ ਦੇ ਲਈ ਮਸੀਹ ਯਿਸੂ ਦੇ ਵਿੱਚ ਮੇਰਾ ਚੂਜ਼ਨ ਕੀਤਾ। ਜਿਸ ਤਰ੍ਹਾਂ ਉੱਥੇ ਉਸ ਬਾਲਕ ਦੀ ਉਸ ਵਸਤ ਦਾ ਹੋਇਆ। ਕਿੰਨੀ ਅਦਭੁਤ ਗੱਲ ਹੈ। ਉਹ ਪ੍ਰਭੂ ਜਿਹੜਾ ਮੈਨੂੰ ਪਾਪੀ ਨੂੰ ਬਚਾਉਣ ਦੇ ਲਈ ਇਸ ਦੁਨੀਆ ਦੇ ਵਿੱਚ ਮਨੁੱਖ ਬਣ ਕੇ ਆਇਆ ਅਤੇ ਮੇਰੇ ਪਾਪੀ ਦੇ ਲਈ ਉਸ ਨੇ ਕਾਲਵਰੀ ਕਰੂਸ ਦੇ ਉੱਤੇ ਆਪਣੀ ਮੌਤ ਅਤੇ ਤਸੀਹੇ ਝੱਲ ਕੇ ਮੇਰੇ ਪਾਪਾਂ ਦਾ ਕਰਜ਼ ਚੁਕਾਇਆ। ਮੈਂ ਯੋਗ ਨਹੀਂ ਸੀ ਕਿ ਮੈਂ ਪਰਮੇਸ਼ਵਰ ਦੇ ਨੇੜੇ ਜਾ ਸਕਾਂ, ਪਰਮੇਸ਼ਵਰ ਦੀ ਉਸਤਤ ਕਰ ਸਕਾਂ, ਪਰਮੇਸ਼ਵਰ ਦੀ ਮਹਿਮਾ ਕਰ ਸਕਾਂ, ਪਰਮੇਸ਼ਵਰ ਦੇ ਨਾਮ ਨੂੰ ਉੱਚਾ ਕਰ ਸਕਾਂ। ਪਰ ਉਸ ਨੇ ਮੇਰੇ ਜਿਹੇ ਨਕਾਰੇ ਪਾਪੀ ਦੇ ਉੱਤੇ ਕਿਰਪਾ ਕੀਤੀ, ਔਰ ਉਸ ਕਿਰਪਾ ਦੇ ਰਾਹੀਂ ਮੈਂ ਬਚਾਇਆ ਗਿਆ, ਜੋ ਯਿਸੂ ਮਸੀਹ ਦੇ ਰਾਹੀਂ ਮੇਰੇ ਜੀਵਨ ਦੇ ਉੱਤੇ ਹੋਈ। ਉਹ ਆਪ ਦੇ ਉੱਤੇ ਵੀ ਹੋ ਸਕਦੀ ਹੈ ਔਰ ਆਪ ਦੇ ਉੱਤੇ ਹੋ ਵੀ ਚੁੱਕੀ ਹੈ, ਪਰ ਕਿ ਇਹ ਕਿਰਪਾ ਪਰਮੇਸ਼ਵਰ ਦੇ ਉਸ ਉਦੇਸ਼ ਦੇ ਲਈ, ਉਸ ਕਾਰਜ ਦੇ ਲਈ ਕੀ ਇਸਤੇਮਾਲ ਹੋਣ ਵਾਲੀ ਹੈ, ਕੀ ਇਸਤੇਮਾਲ ਹੋ ਰਹੀ ਹੈ। ਮੈਂ ਆਪਣੇ ਆਪ ਨੂੰ ਉਸ ਦੇ ਪ੍ਰਤੀ ਜਾਂਚਣਾ ਤੇ ਦੇਖਣਾ ਹੈ। ਮੈਂ ਉਸ ਉੱਤੇ ਧਿਆਨ ਕਰਨਾ ਹੈ, ਉਸ ਉੱਤੇ ਮੇਰਾ ਧਿਆਨ ਹੋਣਾ ਚਾਹੀਦਾ ਹੈ। ਪ੍ਰਭੂ ਕਹਿੰਦਾ ਹੈ ਯਹੋਨਾ ਦੀ ਅੰਜੀਲ 15:5 ਦੇ ਵਿੱਚ, ਮੈਥੋਂ ਬਗੈਰ ਤੁਸੀਂ ਕੁਝ ਵੀ ਨਹੀਂ ਕਰ ਸਕਦੇ। ਔਰ ਉਸ ਤੋਂ ਬਗੈਰ ਅਸੀਂ ਕੁਝ ਵੀ ਨਹੀਂ ਕਰ ਸਕਦੇ, ਉਸ ਤੋਂ ਬਗੈਰ ਅਸੀਂ ਇਸਤੇਮਾਲ ਵੀ ਨਹੀਂ ਹੋ ਸਕਦੇ। ਪਰ ਉਸ ਨੇ ਮੈਨੂੰ ਇਸ ਯੋਗ ਬਣਾਇਆ ਕਿ ਮੈਂ ਉਸ ਵਿੱਚ ਇਸਤੇਮਾਲ ਕਰਨ ਵਾਲਾ ਭਾਂਡਾ ਬਣਿਆ, ਕਿ ਬਹੁਤਿਆਂ ਨੂੰ ਉਸ ਦੀ ਖੁਸ਼ਖਬਰੀ ਸੁਣਾ ਕੇ ਪ੍ਰਭੂ ਦੇ ਰਾਜ ਦੇ ਲਈ ਜਿੱਤ ਸਕੀਏ। ਮੈਂ ਨਹੀਂ ਜਿੱਤ ਸਕਦਾ, ਲੇਕਿਨ ਉਹ, ਪਰ ਉਸ ਨੇ ਮੈਨੂੰ ਉਸ ਦੇ ਲਈ ਚੁਣਿਆ ਹੈ। ਕਿ ਆਪ ਨੂੰ ਚੁਣਿਆ ਹੈ? ਕਿ ਆਪ ਉਸ ਵਿੱਚ ਇਸਤੇਮਾਲ ਹੋ ਰਹੇ ਹੋ? ਜੇ ਨਹੀਂ ਤਾਂ ਅੱਜ ਉਸ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਨੂੰ, ਜਿਹੜਾ ਮੇਰੇ ਪਾਪਾਂ ਨੂੰ ਬਚਾਉਣ ਦੇ ਲਈ
ਕਾਲਵਰੀ ਕਰੂਸ ਦੇ ਉੱਤੇ ਕੁਰਬਾਨ ਹੋਇਆ ਅਤੇ ਅੱਜ ਵੀ ਜ਼ਿੰਦਾ ਹੈ, ਉਸ ਨੂੰ ਸਵੀਕਾਰ ਕਰਕੇ ਤੁਸੀਂ ਵੀ ਉਸ ਦੇ ਲਈ ਵਰਤਣਯੋਗ ਭਾਂਡਾ ਬਣ ਸਕਦੇ ਹੋ। ਜਿਸ ਤਰ੍ਹਾਂ ਇੱਥੇ ਇੱਕ ਛੋਟਾ ਜਿਹਾ ਲੜਕਾ, ਉਸ ਦੇ ਕੋਲ ਜੋ ਵਸਤ ਸੀ ਉਹ ਇਸਤੇਮਾਲ ਕਰਨ ਦੇ ਯੋਗ ਪਰਮੇਸ਼ਰ ਦੇ ਲਈ ਬਣ ਸਕੀ, ਪਰਮੇਸ਼ਰ ਪੁੱਤਰ ਦੇ ਲਈ ਬਣ ਸਕੀ। ਪਰਮੇਸ਼ਰ ਚਾਹੁੰਦਾ ਹੈ ਕਿ ਅਸੀਂ ਉਸਦੇ ਹੱਥਾਂ ਦੇ ਵਿੱਚ ਉਸ ਦੇ ਕਾਰਜ ਦੇ ਲਈ ਇਸਤੇਮਾਲ ਕੀਤੇ ਜਾਈਏ, ਉਸ ਦੇ ਕਾਰਜ ਦੇ ਲਈ। ਉਹ ਚਾਹੁੰਦਾ ਹੈ, ਅਸੀਂ ਆਪਣੇ ਆਪ ਦੇ ਵਿੱਚ ਇਹ ਨਹੀਂ ਕਰ ਸਕਦੇ ਹਾਂ, ਨਾ ਸਾਡੇ ਵਿੱਚ ਇਹ ਕਰਨ ਦੀ ਕੋਈ ਯੋਗਤਾ ਹੈ। ਪੌਲਸ ਆਪਣੇ ਜੀਵਨ 'ਚ ਫਿਲਿੱਪੀਆਂ 4:13 ਦੇ ਵਿੱਚ ਇੱਕ ਵਰਡ ਯੂਜ਼ ਕਰਦਾ ਹੈ। ਉਹ ਕਹਿੰਦਾ ਹੈ, ਜਿਹੜਾ ਮੈਨੂੰ ਬਲ ਦਿੰਦਾ ਉਸ ਵਿੱਚ ਮੈਂ ਸਭੋ ਕੁਝ ਕਰ ਸਕਦਾ। ਬਲ ਕੌਣ ਦਿੰਦਾ ਹੈ? ਪਰਮੇਸ਼ਰ। ਤੇ ਉਸ ਪਰਮੇਸ਼ਰ ਦੇ ਹੱਥਾਂ ਵਿੱਚ ਅਸੀਂ ਚਲੇ ਜਾਈਏ ਤਾਂ ਉਹ ਆਪਣੇ ਹੱਥਾਂ ਦੇ ਨਾਲ ਸਾਨੂੰ ਬਰਕਤ ਦੇ ਕੇ, ਜਿਸ ਤਰ੍ਹਾਂ ਉਸਨੇ ਉਸ ਵਸਤ ਦੇ ਉੱਤੇ ਬਰਕਤ ਮੰਗੀ, ਉਹ 5000 ਦੇ ਵਿੱਚ ਆਸ਼ੀਸ਼ ਬਣ ਕੇ ਉਹਨਾਂ ਦੇ ਵਿੱਚ ਉਹਨਾਂ ਦੀ ਤ੍ਰਿਪਤੀ ਬਣ ਕੇ ਉਮੜੀ। ਤੇ ਮੇਰੇ ਪਿਆਰੇ ਅਜ਼ੀਜ਼, ਜਿਸ ਪਰਮੇਸ਼ਰ ਨੇ ਮੈਨੂੰ ਅਤੇ ਆਪ ਨੂੰ ਚੁਣਿਆ, ਉਸ ਨੇ ਮੈਨੂੰ ਬਰਕਤ ਦਿੱਤੀ ਹੈ। ਉਸ ਬਰਕਤ ਦੇ ਨਾਲ ਉਹ ਮੈਨੂੰ ਇਸਤੇਮਾਲ ਕਰਨਾ ਚਾਹੁੰਦਾ ਹੈ। ਤਾਂ ਆਓ ਅਸੀਂ ਆਪਣੇ ਆਪ ਨੂੰ ਉਸ ਪਰਮੇਸ਼ਰ ਦੇ ਪ੍ਰਤੀ ਸਪੁਰਦ ਕਰਕੇ, ਸਮਰਪਣ ਕਰਕੇ, ਉਸ ਦੇ ਹੱਥਾਂ ਦੇ ਵਿੱਚ ਇਸਤੇਮਾਲ ਹੋਣ ਵਾਲਾ ਭਾਂਡਾ ਬਣ ਜਾਈਏ, ਜਿਸ ਦੇ ਵਿੱਚ ਪਰਮੇਸ਼ਰ ਦੀ ਮਹਿਮਾ ਮੇਰੇ ਅਤੇ ਉਸ ਦੇ ਰਾਜ ਦੇ ਵਿੱਚ ਉਸ ਦੀ ਵਡਿਆਈ ਦੇ ਲਈ ਹੋ ਸਕੇ। ਕੀ ਤੁਸੀਂ ਪਰਮੇਸ਼ਰ ਦੇ ਹੱਥਾਂ ਦੇ ਵਿੱਚ ਇਸਤੇਮਾਲ ਹੋਣ ਵਾਲਾ ਭਾਂਡਾ ਬਣਨਾ ਚਾਹੁੰਦੇ ਹੋ, ਜਿਸ ਤਰ੍ਹਾਂ ਉਹ ਲੜਕਾ ਬਣਿਆ? ਉਸ ਲੜਕੇ ਨੇ ਇਹ ਨਹੀਂ ਕਿਹਾ, ਪ੍ਰਭੂ ਇਹ ਤਾਂ ਮੇਰੇ ਲਈ ਹੈ, ਮੈਂ ਨਹੀਂ ਦੇਣੀ ਹੈ। ਉਸਨੇ ਆਪਣੇ ਆਪ ਨੂੰ ਪ੍ਰਭੂ ਦੇ ਅੱਗੇ ਰੱਖ ਦਿੱਤਾ ਤੇ ਪ੍ਰਭੂ ਨੇ ਉਸ ਦੇ ਉੱਤੇ ਬਰਕਤ ਮੰਗ ਕੇ ਬਹੁਤ ਸਾਰੇ ਲੋਕਾਂ ਨੂੰ ਰਜਾ ਦਿੱਤਾ। ਤੇ ਪ੍ਰਭੂ ਮੈਨੂੰ ਵੀ ਬਰਕਤ ਦੇ ਕੇ ਬਹੁਤ ਸਾਰੇ ਲੋਕਾਂ ਨੂੰ ਬਚਾਉਣ ਦੇ ਲਈ ਇਸਤੇਮਾਲ ਕਰ ਸਕਦਾ ਹੈ। ਕੀ ਤੁਸੀਂ ਤਿਆਰ ਹੋ? ਜੇ ਤਿਆਰ ਹੋ ਤਾਂ ਪ੍ਰਾਰਥਨਾ ਕਰੋ, ਪ੍ਰਭੂ ਮੈਨੂੰ ਇਸਤੇਮਾਲ ਕਰ। ਜੇ ਹਜੇ ਤੱਕ ਤਿਆਰ ਨਹੀਂ ਤੇ ਤਿਆਰ ਹੋਣ ਦੇ ਲਈ ਆਪਣੇ ਆਪ ਨੂੰ ਪ੍ਰਭੂ ਦੇ ਸਮਰਪਣ ਕਰੋ, ਤਾਂ ਕਿ ਪ੍ਰਭੂ ਤੁਹਾਨੂੰ ਵੀ ਆਪਣੀ ਮਹਿਮਾ ਦੇ ਲਈ, ਆਪਣੇ ਰਾਜ ਵਿੱਚ, ਆਪਣੇ ਬਰਤਨ ਦੇ ਲਈ ਇਸਤੇਮਾਲ ਕਰ ਸਕੇ। ਪ੍ਰਭੂ ਆਪ ਨੂੰ ਇਸ ਵਚਨ ਦੇ ਨਾਲ ਬਰਕਤ ਦੇਵੇ, ਆਸ਼ੀਸ਼ ਦੇਵੇ। ਜੈ ਮਸੀਹ ਦੀ। ਮਾਰਾਨਾਥਾ।